हाँ जी, गुड मॉर्निंग स्टूडेंट्स। 12th क्लास की जोग्राफी की क्लास दे विच तुहाडा स्वागत है। तो मैं तुहाडा अपना जोग्राफी टीचर तलविंदर सिंह। अज आपां 12वीं क्लास की पहली जिहड़ी क्लास आ वो लगा रहे हैं। तो इसका जिहड़ा पहला चैप्टर है, पहला अध्याय है, ਉਹਦੇ बारे ਆਪਾਂ थोड़ा संखेप ਦੇ ਵਿੱਚ जानकारी ਜਿਹੜੀ ਉਹ ਆਰੰਭ ਕਰਦੇ ਹਾਂ। ਅੱਜ ਅਸੀਂ ਪਹਿਲਾ ਜਿਹੜਾ ਅਧਿਆਇ ਹੈ ਉਹਦੇ ਬਾਰੇ ਸ਼ੁਰੂ ਕਰ ਰਹੇ ਹਾਂ। ਪਹਿਲੇ ਅਧਿਆਇ ਦਾ ਜਿਹੜਾ ਟਾਈਟਲ ਹੈ, ਟੌਪਿਕ ਹੈ ਅੱਜ ਦਾ, ਤੇ ਇਸ ਦਾ ਜੋ ਸਿਰਲੇਖ ਹੈ, ਇਸ ਦਾ ਟਾਈਟਲ ਆ ਉਹ ਹੈ ਮਾਨਵ ਭੂਗੋਲ ਅਤੇ ਇਸ ਦੀਆਂ ਸ਼ਾਖਾਵਾਂ। ਤੇ ਮਾਨਵ ਭੂਗੋਲ ਕੀ ਹੁੰਦਾ ਹੈ ਇਸ ਬਾਰੇ ਪੜਾਂਗੇ, ਤੇ ਮਾਨਵ ਭੂਗੋਲ ਦੀ ਪਰਿਭਾਸ਼ਾ ਤੇ ਮਾਨਵ ਭੂਗੋਲ ਦੇ ਵਿੱਚ ਕੀ ਕੁਛ ਆਉਂਦਾ ਹੈ, ਇਹਨੂੰ ਸਰਲ ਸ਼ਬਦਾਂ ਦੇ ਵਿੱਚ ਆਪਾਂ ਕਰਾਂਗੇ। ਤਾਂ ਮੈਂ ਤੁਹਾਨੂੰ ਇੱਥੇ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਹਾਂ। ਜਿਹੜਾ ਭੂਗੋਲ ਹੈ ਉਸ ਦੀਆਂ ਦੋ ਸ਼ਾਖਾਵਾਂ ਹੁੰਦੀਆਂ ਹਨ। ਭੂਗੋਲ ਦੀਆਂ ਦੋ ਸ਼ਾਖਾਵਾਂ ਹੁੰਦੀਆਂ ਹਨ, ਕੁਦਰਤੀ ਭੂਗੋਲ ਤੇ ਮਾਨਵ ਭੂਗੋਲ। ਠੀਕ ਹੈ ਵਿਦਿਆਰਥੀਓ, ਭੂਗੋਲ ਦੀਆਂ ਦੋ ਸ਼ਾਖਾਵਾਂ ਹੁੰਦੀਆਂ ਹਨ ਮੁੱਖ ਰੂਪ ਦੇ ਵਿੱਚ, ਕੁਦਰਤੀ ਭੂਗੋਲ, ਮਾਨਵ ਭੂਗੋਲ। ਕੁਦਰਤੀ ਭੂਗੋਲ ਹੈ ਜਿਹੜਾ ਉਹ ਜਿਹੜਾ 11ਵੀਂ ਜਮਾਤ ਦਾ ਸਿਲੇਬਸ ਸੀਗਾ ਉਹਦੇ ਵਿੱਚ ਤੁਸੀਂ ਪੜ੍ਹਿਆ। ਕੁਦਰਤੀ ਭੂਗੋਲ ਦੇ ਵਿੱਚ ਆਪਾਂ ਅੱਗੇ ਇਹਦੀ ਵੰਡ ਕਰ ਸਕਦੇ ਹਾਂ, ਜਿਨ੍ਹਾਂ ਦੇ ਵਿੱਚ ਜਿਓਮੋਰਫੋਲੋਜੀ, ਕਲਾਈਮੇਟੋਲੋਜੀ ਜਾਂ ਇਹਨੂੰ ਆਪਾਂ ਕਹਿ ਸਕਦੇ ਹਾਂ ਮੌਸਮ ਵਿਗਿਆਨ, ਤੀਜੀ ਸ਼ਾਖਾ ਸਮੁੰਦਰੀ ਵਿਗਿਆਨ। ਠੀਕ ਹੈ, ਜਿਓਮੋਰਫੋਲੋਜੀ ਭੌਤਿਕ ਵਿਗਿਆਨ, ਭੂ ਵਿਗਿਆਨ, ਮਾਫ ਕਰਨਾ, ਭੂ ਵਿਗਿਆਨ, ਦੂਜੀ ਹੈ ਮੌਸਮ ਵਿਗਿਆਨ ਤੇ ਤੀਜੀ ਸਮੁੰਦਰੀ ਵਿਗਿਆਨ। ਇਹ ਤੁਸੀਂ ਪਿਛਲੇ 11ਵੀਂ ਜਮਾਤ ਦੇ ਸਿਲੇਬਸ ਦੇ ਵਿੱਚ ਪੜ੍ਹਿਆ। ਭੌਤਿਕ ਭੂ ਵਿਗਿਆਨ ਦੇ ਵਿੱਚ ਤੁਸੀਂ ਪੜ੍ਹਿਆ ਭੂਚਾਲ, ਜਵਾਲਾਮੁਖੀ, ਨਦੀਆਂ ਦੀਆਂ ਭੂ ਕਿਰਤੀਆਂ, ਪੌਣਾਂ ਦੀਆਂ ਭੂ ਕਿਰਤੀਆਂ, ਜਿਹੜਾ ਜਲ ਸਤਰ ਉਸ ਦੀਆਂ ਭੂ ਕਿਰਤੀਆਂ, ਗਲੇਸ਼ੀਅਰ ਦੀਆਂ ਭੂ ਕਿਰਤੀਆਂ, ਗਲੇਸ਼ੀਅਰ ਬਾਰੇ ਪੜ੍ਹਿਆ। ਤੇ ਉਸ ਤੋਂ ਬਾਅਦ ਜਿਹੜਾ ਮੌਸਮ ਵਿਗਿਆਨ ਉਹਦੇ ਵਿੱਚ ਤੁਸੀਂ ਮਾਫ ਕਰਨਾ ਵਾਯੂਮੰਡਲ ਬਾਰੇ, ਵਾਯੂਮੰਡਲ ਦੇ ਤਾਪਮਾਨ ਬਾਰੇ, ਵਰਖਾ ਬਾਰੇ ਤੇ ਹੋਰ ਵਾਯੂਮੰਡਲ ਦੇ ਵਿੱਚ ਜੋ ਵੀ ਪ੍ਰਕਿਰਿਆਵਾਂ ਜਿਨ੍ਹਾਂ ਦੇ ਵਿੱਚ ਆਪਣਾ ਵਾਯੂ ਪੁੰਜ, ਸਾਈਕਲੋਨ, ਐਂਟੀ ਸਾਈਕਲੋਨ, ਚੱਕਰਵਾਤ, ਪ੍ਰਤੀ ਚੱਕਰਵਾਤ, ਇਹਨਾਂ ਬਾਰੇ ਪੜ੍ਹਿਆ ਸੀ। ਭਾਵੇਂ ਪਿਛਲੇ ਸਾਲ ਜਿਹੜਾ ਹੈ ਉਹ ਸਿਲੇਬਸ ਦੇ ਵਿੱਚ ਕਟੌਤੀ ਕੀਤੀ ਗਈ ਸੀ, ਪਰ ਤੁਹਾਡੇ ਪਿਛਲੀ ਕਿਤਾਬ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਬਿਲਕੁਲ ਦਰਜ ਨੇ। ਤੇ ਉਸ ਤੋਂ ਬਾਅਦ ਸਮੁੰਦਰੀ ਵਿਗਿਆਨ ਦੇ ਵਿੱਚ ਤੁਸੀਂ ਮੁੱਖ ਰੂਪ ਦੇ ਵਿੱਚ ਸਮੁੰਦਰ ਦੀ ਸਤ੍ਹਾ ਦਾ ਬਣਤਰ, ਸਮੁੰਦਰ ਦੇ ਜਿਹੜਾ ਟੋਪੋਗ੍ਰਾਫੀ, ਕਿਸ ਤਰ੍ਹਾਂ ਦੀਆਂ ਭੂ ਕਿਰਤੀਆਂ ਹੁੰਦੀਆਂ ਹਨ ਉਹਨਾਂ ਬਾਰੇ, ਸਮੁੰਦਰੀ ਕਿਨਾਰਾ, ਸਮੁੰਦਰੀ ਸਤ੍ਹਾ, ਸਮੁੰਦਰ ਦੇ ਵਿੱਚ ਟਾਪੂ, ਇਸ ਤਰ੍ਹਾਂ ਦੀਆਂ ਭੂ ਕਿਰਤੀਆਂ ਦੇ ਬਾਰੇ ਵੀ ਪੜ੍ਹਿਆ ਸੀਗਾ। ਉਸ ਤੋਂ ਬਿਨਾਂ ਸਮੁੰਦਰ ਦੇ ਵਿੱਚ ਜਿਹੜੇ ਖਣਿਜ ਪਦਾਰਥ ਨੇ ਉਹਨਾਂ ਬਾਰੇ ਤੁਸੀਂ ਜਾਣਕਾਰੀ ਪ੍ਰਾਪਤ ਕੀਤੀ ਸੀ। ਉਸ ਤੋਂ ਬਿਨਾਂ ਤੁਸੀਂ ਜਿਹੜੀਆਂ ਜਲ ਧਾਰਾਵਾਂ ਨੇ ਉਹਨਾਂ ਬਾਰੇ ਇਸ ਦੇ ਵਿੱਚ ਪੜ੍ਹਿਆ ਸੀ। ਮਤਲਬ ਕੁੱਲ ਮਿਲਾ ਕੇ 11ਵੀਂ ਜਮਾਤ ਦੇ ਵਿੱਚ ਤਿੰਨ ਜਿਹੜੀਆਂ ਕੁਦਰਤੀ ਭੂਗੋਲ ਤੁਸੀਂ ਪੜ੍ਹਿਆ ਸੀਗਾ ਉਹਦੇ ਤਿੰਨ ਬ੍ਰਾਂਚਾਂ, ਭੂ ਵਿਗਿਆਨ, ਮੌਸਮ ਵਿਗਿਆਨ, ਸਮੁੰਦਰੀ ਵਿਗਿਆਨ, ਇਹਨਾਂ ਬਾਰੇ ਪੜ੍ਹਿਆ ਸੀ। ਤੇ ਅੱਗੇ ਹੁਣ 12ਵੀਂ ਜਮਾਤ ਦੇ ਵਿੱਚ ਅਸੀਂ ਮਾਨਵ ਭੂਗੋਲ ਬਾਰੇ ਪੜ੍ਹਾਂਗੇ। ਇਸ ਦੀਆਂ ਵੀ ਬਹੁਤ ਸਾਰੀਆਂ ਬ੍ਰਾਂਚਾਂ ਹਨ ਜਿਹੜੀਆਂ ਕਿ ਇਸ ਸਾਲ ਆਪਾਂ ਪੜ੍ਹਾਂਗੇ, ਜਿਨ੍ਹਾਂ ਦੇ ਵਿੱਚ ਜਨਸੰਖਿਆ ਜਿਹੜਾ ਹੈ, ਪਾਪੂਲੇਸ਼ਨ ਜੋਗਰਾਫੀ, ਖੇਤੀਬਾੜੀ ਜੋਗਰਾਫੀ,
ਜਾਂ ਇਹਨੂੰ ਆਪਾਂ ਇਕਨੋਮਿਕ ਜੋਗਰਾਫੀ ਕਹਿ ਦਿੰਦੇ ਹਾਂ। ਇਕਨੋਮਿਕ ਜੋਗਰਾਫੀ ਨੂੰ ਅੱਗੇ ਆਪਾਂ ਵੰਡ ਲੈਂਦੇ ਹਾਂ, ਆਰਥਿਕ ਭੂਗੋਲ ਨੂੰ ਆਪਾਂ ਅੱਗੇ ਵੰਡ ਲੈਂਦੇ ਹਾਂ ਖੇਤੀਬਾੜੀ ਭੂਗੋਲ ਦੇ ਵਿੱਚ, ਜਿਹੜਾ ਇੰਡਸਟਰੀ ਨੂੰ ਸਨਅਤੀ ਭੂਗੋਲ ਦੇ ਵਿੱਚ, ਜਿਹੜੀ ਟਰਾਂਸਪੋਰਟੇਸ਼ਨ ਜੋਗਰਾਫੀ ਦੇ ਵਿੱਚ ਜਿਹੜੀ ਆਪਾਂ ਅੱਗੇ ਇਸ ਦੀ ਅਲੱਗ ਵੰਡ ਹੋ ਸਕਦੀ ਹੈ। ਤਾਂ ਮਾਨਵ ਭੂਗੋਲ ਦੀਆਂ ਵੀ ਵੱਖ-ਵੱਖ ਬ੍ਰਾਂਚਾਂ ਨੇ ਜਿਹੜੀਆਂ ਇਸ ਬਾਰੇ ਆਪਾਂ ਪੜ੍ਹਾਂਗੇ। ਠੀਕ ਹੈ, ਤਾਂ ਮੁੱਢਲੇ ਰੂਪ ਦੇ ਵਿੱਚ ਮਾਨਵ ਭੂਗੋਲ ਕੀ ਹੁੰਦਾ ਹੈ ਉਹਦੇ ਬਾਰੇ ਆਪਾਂ ਜਿਹੜਾ ਹੈ ਉਹ ਕਲੀਅਰ ਕਰਦੇ ਹਾਂ। ਮਾਨਵ ਭੂਗੋਲ ਇਹ ਨਾਮ ਤੋਂ ਹੀ ਸਾਨੂੰ ਜਿਹੜਾ ਹੈ ਉਹ ਕਲੀਅਰ ਹੋ ਜਾਂਦਾ ਹੈ ਕਿ ਭੂਗੋਲ ਦੀ ਉਹ ਸ਼ਾਖਾ ਜਿਸ ਦੇ ਵਿੱਚ ਮਨੁੱਖ ਜਿਹੜਾ ਹੈ ਉਹ ਪ੍ਰਾਈਮ ਫੈਕਟਰ ਹੋਵੇ। ਮਨੁੱਖ ਆਪਣੀਆਂ ਲੋੜਾਂ ਦੇ ਅਨੁਸਾਰ ਜਿਹੜਾ ਧਰਤੀ ਦੀ ਸਤ੍ਹਾ ਦੀ ਵਰਤੋਂ ਕਰਦਾ ਹੈ ਉਸ ਨੂੰ ਮਾਨਵ ਭੂਗੋਲ ਕਿਹਾ ਜਾ ਸਕਦਾ ਹੈ। ਇੱਕ ਸਰਲ ਭਾਸ਼ਾ ਦੇ ਵਿੱਚ ਆਪਾਂ ਕਹਿ ਸਕਦੇ ਹਾਂ। ਤੇ ਜਿਹੜੀ ਸਾਡੀ ਕਿਤਾਬ ਦੀ ਪਰਿਭਾਸ਼ਾ ਹੈ ਉਸ ਦੇ ਅਨੁਸਾਰ ਮਾਨਵ ਭੂਗੋਲ ਮਨੁੱਖ ਦੇ ਆਪਣੇ ਦੁਆਲੇ ਦੇ ਕੁਦਰਤੀ ਵਾਤਾਵਰਨ ਨਾਲ ਸਰਬ ਪੱਖੀ ਸਾਂਝ ਦਾ ਅਧਿਐਨ ਹੈ। ਠੀਕ ਹੈ ਜੀ, ਤਾਂ ਬੜਾ ਸੌਖੇ ਤਰੀਕੇ ਦੇ ਨਾਲ ਕਿ ਮਨੁੱਖ ਦੇ ਆਲੇ ਦੁਆਲੇ ਜੋ ਵੀ ਕੁਦਰਤੀ ਵਾਤਾਵਰਨ ਹੈ ਉਸ ਦਾ ਕਿਸ ਤਰ੍ਹਾਂ ਜਿਹੜਾ ਹੈ ਲਾਭ ਪ੍ਰਾਪਤ ਕਰਨਾ, ਲਾਭ ਪ੍ਰਾਪਤ ਕਰਨ ਦੇ ਲਈ ਉਹਦੇ ਨਾਲ ਘੁਲ ਮਿਲ ਜਾਣਾ, ਉਹਦੇ ਨਾਲ ਜਿਹੜਾ ਹੈ ਸਾਂਝ ਕਰਕੇ ਉਸ ਨੂੰ ਅੱਗੇ ਜਿਹੜਾ ਹੈ ਆਪਣੀ ਵਰਤੋਂ ਦੇ ਲਈ ਵਰਤੋਂ ਦੇ ਵਿੱਚ ਲੈ ਕੇ ਆਉਣਾ, ਉਸ ਨੂੰ ਆਪਾਂ ਮਾਨਵ ਭੂਗੋਲ ਕਹਿ ਸਕਦੇ ਹਾਂ। ਠੀਕ ਹੈ ਜੀ, ਇਸ ਦੇ ਵਿੱਚ ਆਪਾਂ ਜੇ ਉਦਾਹਰਨ ਵਜੋਂ ਧਰਤੀ ਹੈ ਜਿਹੜੀ ਉਹ ਬਿਲਕੁਲ ਸ਼ਾਂਤ ਪਈ ਹੈ। ਜੇਕਰ ਆਪਾਂ ਆਪਣੀ ਲੋੜ ਅਨੁਸਾਰ, ਸਾਨੂੰ ਭੋਜਨ ਦੀ ਲੋੜ ਹੈ, ਭੋਜਨ ਦੀ ਪ੍ਰਾਪਤੀ ਦੇ ਲਈ ਅਸੀਂ ਧਰਤੀ ਦੇ ਉੱਤੇ ਖੇਤੀਬਾੜੀ ਸ਼ੁਰੂ ਕਰ ਦਿੰਦੇ ਹਾਂ, ਅਨਾਜ ਉਗਾਉਣਾ ਸ਼ੁਰੂ ਕਰ ਦਿੰਦੇ ਹਾਂ, ਸਬਜ਼ੀਆਂ ਫਲ ਸਬਜ਼ੀਆਂ ਉਗਾਉਣਾ ਸ਼ੁਰੂ ਕਰ ਦਿੰਦੇ ਹਾਂ, ਤੇ ਇਹ ਸਾਡੀ ਖਾਣ ਦੀ ਲੋੜ ਹੈ ਜਿਹੜੀ ਉਹ ਪੂਰੀ ਕਰਦੀਆਂ। ਉਸ ਤੋਂ ਬਿਨਾਂ ਹੁਣ ਸਾਨੂੰ ਕੱਪੜੇ ਪਹਿਨਣ ਦੀ ਲੋੜ ਹੈ। ਕੱਪੜੇ ਪਹਿਨਣ ਦੇ ਲਈ ਵੀ ਸਾਨੂੰ ਧਰਤੀ ਦੀ ਵਰਤੋਂ ਕਰਨੀ ਪਊਗੀ। ਸਾਨੂੰ ਉਹ ਰੇਸ਼ਾ ਉਗਾਉਣਾ ਪਊਗਾ ਜਿਸ ਦੇ ਨਾਲ ਅਸੀਂ ਕੱਪੜੇ ਤਿਆਰ ਕਰ ਸਕਦੇ ਹਾਂ, ਜਿਨ੍ਹਾਂ ਦੇ ਵਿੱਚ ਕਪਾਹ ਹੋ ਗਈ, ਜਾਂ ਆਪਾਂ ਪਟਸਨ ਨੂੰ ਵੀ ਕਹਿ ਸਕਦੇ ਹਾਂ, ਉਹ ਵੀ ਇੱਕ ਰੇਸ਼ਾ ਹੈ। ਭਾਵੇਂ ਅਸੀਂ ਪਟਸਨ ਦੇ ਕੱਪੜੇ ਨਹੀਂ ਪਾਉਂਦੇ, ਪਰ ਪਟਸਨ ਦੇ ਬਣੇ ਹੋਏ ਪਦਾਰਥ ਜਿਹੜੇ ਹੈ ਸਾਡੀਆਂ ਥੈਲੀਆਂ ਜਿਨ੍ਹਾਂ ਦੇ ਵਿੱਚ ਅਸੀਂ ਅਨਾਜ ਭਰ ਕੇ ਰੱਖ ਸਕਦੇ ਹਾਂ, ਅਨਾਜ ਸਟੋਰ ਕਰ ਸਕਦੇ ਹਾਂ, ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਲਈ ਸਾਨੂੰ ਪਟਸਨ ਵੀ ਉਗਾਉਣਾ ਪਊਗਾ। ਸਾਨੂੰ ਮਤਲਬ ਸਾਡੀ ਲੋੜ ਪੈਦਾ ਹੋ ਗਈ ਸਾਨੂੰ ਕੱਪੜਿਆਂ ਦੀ ਤੇ ਸਾਡੇ ਸਮਾਨ ਦੀ ਜਿਹੜੀ ਹੈ ਉਹ ਢੋਆ ਢਵਾਈ ਦੇ ਲਈ ਇੱਕ ਥਾਂ ਤੋਂ ਦੂਜੀ ਥਾਂ ਜਾਣ ਦੀ। ਤਾਂ ਇਸ ਕਰਕੇ ਅਸੀਂ ਪਹਿਲਾਂ ਖੇਤੀਬਾੜੀ ਕਰਾਂਗੇ, ਉਸ ਤੋਂ ਬਾਅਦ ਖੇਤੀਬਾੜੀ ਤੋਂ ਜਿਹੜਾ ਹੈ ਕਪਾਹ ਨੂੰ ਕੱਤ ਕੇ ਤੇ ਉਸ ਤੋਂ ਬਾਅਦ ਉਹਨੂੰ ਵੱਖ-ਵੱਖ ਪ੍ਰਕਿਰਿਆ ਰਾਹੀਂ ਉਹਦੇ ਕੱਪੜੇ ਤਿਆਰ ਕਰਾਂਗੇ। ਤਾਂ ਇਸੇ ਤਰ੍ਹਾਂ ਹੁਣ ਇੱਕ ਚੀਜ਼ ਨੂੰ ਦੂਜੀ ਥਾਂ ਲੈ ਕੇ ਜਾਣ ਦੇ ਲਈ, ਇੱਕ ਸਮਾਨ ਚਾਹੇ ਉਹ ਅਨਾਜ ਹੋਵੇ ਜਾਂ ਸਾਨੂੰ ਇੱਕ ਥਾਂ ਤੋਂ ਦੂਜੇ ਥਾਂ ਤੇ ਜਾਣਾ ਹੋਵੇ, ਤਾਂ ਸਾਨੂੰ ਜਿਹੜਾ ਹੈ ਆਵਾਜਾਈ ਦੇ ਸਾਧਨਾਂ ਦੀ ਲੋੜ ਹੈ। ਤਾਂ ਆਵਾਜਾਈ ਦੇ ਸਾਧਨ ਅਸੀਂ ਵਿਕਸਿਤ ਕਰਾਂਗੇ। ਆਵਾਜਾਈ ਦੇ ਸਾਧਨ ਚਲਾਉਣ ਦੇ ਲਈ ਸਾਨੂੰ ਢਾਂਚਾ ਜਿਹੜਾ ਹੈ ਉਹ ਤਿਆਰ ਕਰਨਾ ਪਊ। ਸਾਨੂੰ ਸੜਕਾਂ ਬਣਾਉਣੀਆਂ ਪੈਣਗੀਆਂ, ਸਾਨੂੰ ਰੇਲਾਂ ਵਿਛਾਉਣੀਆਂ ਪੈਣਗੀਆਂ, ਰੇਲ ਦੀਆਂ ਲਾਈਨਾਂ, ਤੇ ਸਾਨੂੰ ਜਿਹੜਾ ਹੈ ਸਮੁੰਦਰੀ ਜਹਾਜ਼ ਬਣਾਉਣੇ ਪੈ ਸਕਦੇ ਨੇ, ਸਾਨੂੰ ਹਵਾਈ ਜਹਾਜ਼ ਬਣਾਉਣੇ, ਮਤਲਬ ਸਾਡੀ ਲੋੜ ਪੈਦਾ ਹੋ ਗਈ। ਤੇ ਧਰਤੀ ਦੇ ਉੱਤੇ ਰਹਿੰਦੇ ਹੋਏ ਮਨੁੱਖ ਦੀਆਂ ਜੋ ਲੋੜਾਂ ਨੇ, ਉਹਨਾਂ ਲੋੜਾਂ ਦੇ ਵਿੱਚੋਂ ਨਿਕਲੀਆਂ ਹੋਈਆਂ ਜਿਹੜੀਆਂ ਜੋ ਵੀ ਉਹਦੇ ਅਧਿਐਨ ਨੇ, ਉਹਨਾਂ ਤੋਂ ਪ੍ਰਾਪਤ ਨਤੀਜਿਆਂ ਨੂੰ ਹੀ ਅਸੀਂ ਕੁੱਲ ਮਿਲਾ ਕੇ ਇਸ ਸਰਬ ਪੱਖੀ ਪ੍ਰਕਿਰਿਆ ਨੂੰ, ਇਸ ਸਰਬ ਪੱਖੀ ਪ੍ਰਕਿਰਿਆ ਨੂੰ ਅਸੀਂ ਮਾਨਵ ਭੂਗੋਲ ਦਾ ਨਾਂ ਜਿਹੜਾ ਹੈ ਉਹ ਦੇ ਦਿੰਦੇ ਹਾਂ। ਤਾਂ ਇਸ ਕਰਕੇ ਇਸ ਦੀ ਪਰਿਭਾਸ਼ਾ ਤੋਂ ਸਾਨੂੰ ਇਹ ਪਤਾ, ਸਿੰਪਲ ਦੇ ਵਿੱਚ ਅਸੀਂ ਦੋ ਸ਼ਬਦਾਂ ਦੇ ਵਿੱਚ ਕਹਿਣਾ ਹੋਵੇ, ਜਦੋਂ ਧਰਤੀ ਨੂੰ ਮਨੁੱਖ ਆਪਣੇ ਅਨੁਸਾਰ ਜਿਹੜਾ ਹੈ ਧਰਤੀ ਦੇ ਸਤ੍ਹਾ ਦੀ ਵਰਤੋਂ ਕਰਦਾ ਹੈ ਤਾਂ ਇਸ ਨੂੰ ਅਸੀਂ ਮਾਨਵ ਭੂਗੋਲ ਕਹਿ ਸਕਦੇ ਹਾਂ। ਇੱਕ ਬੜੇ ਸੌਖੇ ਸ਼ਬਦਾਂ ਦੇ ਵਿੱਚ, ਭਾਵੇਂ ਇਹ ਪ੍ਰਵਾਨਿਤ ਪਰਿਭਾਸ਼ਾ ਨਹੀਂ, ਸਾਡੀ ਸਮਝ ਦੇ ਲਈ ਇਹ ਪਰਿਭਾਸ਼ਾ ਕਾਫੀ ਹੈ ਕਿ ਜਦੋਂ ਅਸੀਂ ਧਰਤੀ ਦੀ ਸਤ੍ਹਾ ਦੇ ਨੂੰ ਆਪਣੀਆਂ ਲੋੜਾਂ ਅਨੁਸਾਰ ਵਰਤੋਂ ਵਿੱਚ ਲੈ ਕੇ ਆਉਂਦੇ ਹਾਂ ਤਾਂ ਇਸ ਪੂਰੀ ਪ੍ਰਕਿਰਿਆ ਨੂੰ ਅਸੀਂ ਮਾਨਵ ਭੂਗੋਲ ਕਹਿ ਸਕਦੇ ਹਾਂ। ਹਾਂਜੀ, ਇਸ ਤੋਂ ਅਗਲਾ ਹਿੱਸਾ ਜਿਹੜਾ ਹੈ ਅੱਜ ਦੇ ਟੌਪਿਕ ਦਾ, ਉਸ ਦੇ ਵਿੱਚ ਅਸੀਂ ਕਰ ਰਹੇ ਹਾਂ ਭੂਗੋਲਿਕ ਵਾਤਾਵਰਨ। ਤਾਂ ਭੂਗੋਲਿਕ ਵਾਤਾਵਰਨ ਨੂੰ ਅਸੀਂ ਦੋ ਭਾਗਾਂ ਦੇ ਵਿੱਚ ਵੰਡ ਦਿੰਦੇ ਹਾਂ। ਇੱਕ ਹੈ ਨਿਵਾਸੀਆਂ ਦਾ ਭੌਤਿਕ ਵਾਤਾਵਰਨ, ਜਿਹੜੇ ਲੋਕ ਨੇ ਉਹ ਕਿਸ ਤਰ੍ਹਾਂ ਦੀਆਂ ਕਿਰਿਆਵਾਂ ਕਰਦੇ ਨੇ ਤੇ ਉਹਨਾਂ ਦਾ ਭੂਗੋਲਿਕ ਵਾਤਾਵਰਨ, ਤੇ ਦੂਜਾ ਹੈ ਸੱਭਿਆਚਾਰ। ਤਾਂ ਹੁਣ ਅਸੀਂ ਭੂਗੋਲਿਕ ਵਾਤਾਵਰਨ ਬਾਰੇ ਜਿਹੜੀ ਹੈ ਉਹ ਮੁੱਢਲੀ ਜਾਣਕਾਰੀ ਸਾਂਝੀ ਕਰਦੇ ਹਾਂ। ਤਾਂ ਇਹਨਾਂ ਦੇ ਵਿੱਚ ਪਹਿਲਾ ਹੈ ਧਰਤੀ ਦੇ ਉੱਤੇ ਸਥਿਤੀ, ਕਿ ਧਰਤੀ ਦੇ ਕਿਸ ਹਿੱਸੇ ਦੇ ਵਿੱਚ ਕੋਈ ਰਹਿੰਦਾ ਹੈ। ਭਾਵ ਕੋਈ ਪਹਾੜਾਂ ਦੇ ਵਿੱਚ ਰਹਿੰਦਾ ਹੈ, ਕੋਈ ਸਮੁੰਦਰਾਂ ਦੇ ਕਿਨਾਰੇ ਰਹਿੰਦਾ ਹੈ,
ਕੋਈ ਮੈਦਾਨੀ ਭਾਗਾਂ ਦੇ ਵਿੱਚ ਰਹਿੰਦਾ ਹੈ। ਜਿਸ ਤਰ੍ਹਾਂ ਦੀ ਸਥਿਤੀ ਹੈ ਤੇ ਧਰਾਤਲ ਇਹਦੇ ਨਾਲ ਮਿਲਦਾ ਜੁਲਦਾ ਹੀ ਹੈ ਕਿ ਜਿਸ ਤਰ੍ਹਾਂ ਦਾ ਧਰਾਤਲ ਸਥਿਤੀ ਉਸ ਹਿਸਾਬ ਦੇ ਨਾਲ ਉੱਥੋਂ ਦੇ ਲੋਕਾਂ ਦਾ ਜਿਹੜਾ ਰਹਿਣ ਸਹਿਣ ਆ ਉਹ ਨਿਰਧਾਰਿਤ ਹੁੰਦਾ। ਮੰਨ ਲਓ ਜਿਹੜੇ ਪਹਾੜਾਂ ਦੇ ਵਿੱਚ ਰਹਿੰਦੇ ਨੇ, ਜੇਕਰ ਠੰਡ ਹੈ ਉੱਥੇ ਤਾਂ ਉਹ ਸਰਦੀਆਂ ਵਾਲੇ ਕੱਪੜੇ, ਉਹਨਾਂ ਦਾ ਪਹਿਰਾਵਾ ਜਿਹੜਾ ਇਸ ਤਰ੍ਹਾਂ ਦਾ ਹੋਊਗਾ ਕਿ ਉਹ ਮੋਟੇ ਕੱਪੜੇ ਪਾਉਣਗੇ। ਉਹਨਾਂ ਦਾ ਖਾਣ ਪੀਣ ਇਹੋ ਜਿਹਾ ਹੋਊਗਾ ਜਿਹੜਾ ਉਹਨਾਂ ਨੂੰ ਗਰਮੀ ਦਵੇ, ਮਤਲਬ ਉਹਨਾਂ ਗਰਮ ਚੀਜ਼ਾਂ ਦਾ ਜ਼ਿਆਦਾ ਸੇਵਨ ਕਰਨਗੇ। ਤੇ ਇਸੇ ਤਰ੍ਹਾਂ ਧਰਾਤਲ ਤੇ ਸਥਿਤੀ ਜਿਹੜਾ ਹੈ ਦੋਨੋਂ ਆਪਸ ਦੇ ਵਿੱਚ ਲਗਭਗ ਮਿਲਦੇ ਜੁਲਦੇ ਨੇ। ਸਥਿਤੀ ਆਪਾਂ ਕਹਿ ਸਕਦੇ ਹਾਂ ਕਿ ਭੂਮਧ ਰੇਖਾ ਤੋਂ ਕਿੱਥੇ ਹੈ। ਧਰਾਤਲ ਜਿਹੜਾ ਹੈ ਉਹ ਕਿਸ ਤਰ੍ਹਾਂ ਦੀ ਭੂਮੀ ਆ, ਉੱਥੇ ਪਹਾੜ ਨੇ, ਪਠਾਰੀ ਖੇਤਰ ਆ, ਉਹ ਮੈਦਾਨੀ ਖੇਤਰ ਆ, ਜਾਂ ਸਮੁੰਦਰ ਤਲ ਦੇ ਨੇੜੇ ਦਾ ਖੇਤਰ ਆ, ਜਾਂ ਟਾਪੂ ਨੇ, ਇਸ ਤਰ੍ਹਾਂ ਦਾ ਇਹ ਧਰਾਤਲ ਹੈ। ਤੇ ਜਲ ਪ੍ਰਵਾਹ ਦੇ ਵਿੱਚ ਉਸ ਥਾਂ ਦੇ ਉੱਤੇ ਕਿਹੋ ਜਿਹੀਆਂ ਨਦੀਆਂ, ਕਿਹੋ ਜਿਹਾ ਜਿਹੜਾ ਨਦੀਆਂ ਦੇ ਨਾਲ ਸੰਬੰਧਿਤ ਵਾਤਾਵਰਨ ਉੱਥੇ ਪੈਦਾ ਹੋਇਆ। ਨਦੀਆਂ ਦੇ ਕਿਨਾਰੇ ਜਿਹੜੀ ਹੈ ਖੇਤੀਬਾੜੀ ਦੇ ਲਈ ਜਿਹੜੀਆਂ ਹੈ ਉਹ ਸੰਭਵ ਸਥਿਤੀਆਂ ਪੈਦਾ ਕਰਦੀ ਹੈ। ਉੱਥੇ ਖੇਤੀਬਾੜੀ ਕਰਨਾ ਵਧੇਰੇ ਲਾਹੇਵੰਦ ਹੈ। ਜਲਵਾਯੂ ਕਿਸ ਤਰ੍ਹਾਂ ਦਾ ਜਲਵਾਯੂ ਹੈ, ਉੱਥੇ ਗਰਮੀ ਜ਼ਿਆਦਾ ਪੈਂਦੀ ਹੈ, ਸਰਦੀ ਪੈਂਦੀ ਹੈ, ਜਾਂ ਵਰਖਾ ਜ਼ਿਆਦਾ ਪੈਂਦੀ ਹੈ, ਨਮੀ ਵਾਲਾ ਮੌਸਮ ਹੈ। ਤਾਂ ਇਹ ਚੀਜ਼ਾਂ ਦਾ ਵੀ ਜਿਹੜਾ ਮਨੁੱਖ ਦੇ ਉੱਤੇ ਅਸਰ ਪੈਂਦਾ। ਉਸ ਤੋਂ ਬਾਅਦ ਮਿੱਟੀਆਂ, ਜਿਵੇਂ ਆਪਾਂ ਭਾਰਤ ਦੀਆਂ ਮਿੱਟੀਆਂ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ 3-4 ਤਰ੍ਹਾਂ ਦੀਆਂ ਮੁੱਖ ਰੂਪ ਦੇ ਵਿੱਚ ਮਿੱਟੀਆਂ ਮਿਲਦੀਆਂ ਨੇ ਜਿਨ੍ਹਾਂ ਦੇ ਆਧਾਰਿਤ ਸਾਡੀ ਖੇਤੀਬਾੜੀ ਹੁੰਦੀ ਹੈ। ਜਿਵੇਂ ਉੱਤਰੀ ਭਾਰਤ ਦੇ ਵਿੱਚ ਜਲੋਢੀ ਮਿੱਟੀਆਂ ਦੇ ਵਿੱਚ ਕਣਕ ਤੇ ਚੌਲ ਦੀ ਖੇਤੀ ਹੈ ਜਿਹੜੀ ਉਹ ਬੜੇ ਵਧੀਆ ਤਰੀਕੇ ਦੇ ਨਾਲ ਹੁੰਦੀ ਹੈ। ਇਸੇ ਤਰ੍ਹਾਂ ਭਾਰਤ ਦੇ ਵਿੱਚ ਕਾਲੀ ਮਿੱਟੀ ਮਿਲਦੀ ਹੈ। ਕਾਲੀ ਮਿੱਟੀ ਦੇ ਵਿੱਚ ਜਿਹੜਾ ਹੈ ਉਹ ਕਪਾਹ ਦੀ ਖੇਤੀ ਬਹੁਤ ਵਧੀਆ ਤਰੀਕੇ ਦੇ ਨਾਲ ਹੁੰਦੀ ਹੈ। ਇਸੇ ਤਰ੍ਹਾਂ ਭਾਰਤ ਦੇ ਵਿੱਚ ਰੇਤਲੀ ਮਿੱਟੀ ਮਿਲਦੀ ਹੈ ਤੇ ਰੇਤਲੀ ਮਿੱਟੀ ਦੇ ਵਿੱਚ ਉਹ ਫਸਲਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਪਾਣੀ ਦੀ ਘੱਟ ਜ਼ਰੂਰਤ ਹੁੰਦੀ ਹੈ, ਜਵਾਰ, ਬਾਜਰਾ, ਇਸ ਕਿਸਮ ਦੀਆਂ ਫਸਲਾਂ। ਤੇ ਇਸੇ ਤਰ੍ਹਾਂ ਭਾਰਤ ਦੇ ਵਿੱਚ ਲੈਟਰਾਈਟ ਮਿੱਟੀਆਂ ਮਿਲਦੀਆਂ ਨੇ ਜਿੱਥੇ ਮੀਂਹ ਦੀ ਸਥਿਤੀ ਜ਼ਿਆਦਾ ਹੁੰਦੀ ਆ, ਥੋੜ੍ਹਾ ਜਿਹਾ ਪਥਰੀਲੇ ਕਣ ਹੁੰਦੇ ਨੇ। ਤਾਂ ਇੱਥੇ ਕੌਫੀ ਤੇ ਚਾਹ ਵਰਗੇ, ਖਾਸ ਕਰ ਚਾਹ, ਲੈਟਰਾਈਟ ਮਿੱਟੀਆਂ ਦੀ ਫਸਲ ਹੈ। ਤੇ ਦੱਖਣੀ ਭਾਰਤ ਦੇ ਵਿੱਚ ਨੀਲਗਿਰੀ ਦੀਆਂ ਪਹਾੜੀਆਂ ਦੇ ਨੇੜੇ ਤੇੜੇ ਜਿਹੜੀ ਕੌਫੀ ਦੀ ਖੇਤੀ ਵੀ ਉਹ ਹੁੰਦੀ ਹੈ ਲੈਟਰਾਈਟ ਮਿੱਟੀਆਂ ਦੇ। ਕੁਦਰਤੀ ਬਨਸਪਤੀ ਜੇਕਰ ਤੁਹਾਨੂੰ ਯਾਦ ਹੋਵੇ ਤਾਂ ਪਿਛਲੇ ਸਾਲ ਆਪਾਂ ਪੜ੍ਹਿਆ ਸੀਗਾ ਕਿ ਬਨਸਪਤੀ ਦੀ ਗਰੋਥ ਦੇ ਲਈ, ਕੁਦਰਤੀ ਬਨਸਪਤੀ ਦੇ ਲਈ 3 ਮੁੱਖ ਕਾਰਨ ਹੁੰਦੇ ਨੇ। ਇੱਕ ਹੁੰਦਾ ਕਿ ਉਸ ਥਾਂ ਦਾ ਜਿਹੜਾ ਤਾਪਮਾਨ, ਦੂਜਾ ਉੱਥੇ ਪਾਣੀ ਦੀ ਉਪਲਬਧਤਾ, ਤੇ ਤੀਜਾ ਉੱਥੋਂ ਦੀ ਮਿੱਟੀ ਹੈ ਜਿਹੜਾ ਉਹ ਮੁੱਖ ਕਾਰਨ ਨਹੀਂ ਹੈਗਾ। ਮਿੱਟੀ ਧਰਤੀ ਦੇ ਉੱਤੇ ਹਰ ਇੱਕ ਜਗ੍ਹਾ ਦੇ ਉੱਤੇ ਮਿਲਦੀ ਆ। ਧਰਤੀ ਦੀ ਮਿੱਟੀ ਉਪਜਾਊ ਵੱਧ ਹੋ ਸਕਦੀ ਹੈ, ਘੱਟ ਹੋ ਸਕਦੀ ਆ, ਪਰ ਪਾਣੀ ਤੇ ਤਾਪਮਾਨ ਤੇ ਪਾਣੀ ਜਿੰਨੇ ਵੱਧ ਹੋਣਗੇ ਉਸ ਤਰੀਕੇ ਦੀ ਜਿਹੜੀ ਹਰੀ ਭਰੀ ਜਿਹੜੀ ਬਨਸਪਤੀ ਹੋਊਗੀ। ਜਿੱਥੇ ਪਾਣੀ ਤੇ ਤਾਪਮਾਨ ਦੀ ਮਾਤਰਾ ਵਧੇਰੇ ਆ, ਭੂਮਧ ਰੇਖਾ ਦੇ ਨੇੜੇ ਤਾਪਮਾਨ ਵੱਧਦਾ ਤੇ ਵਰਖਾ ਵੀ ਵੱਧਦਾ, ਉੱਥੇ ਆਪਾਂ ਦੇਖਦੇ ਹਾਂ ਕਿ ਊਸ਼ਣ ਜਿਹੜੇ ਆਪਾਂ ਕਹਿ ਸਕੀਏ ਕਿ ਸਦਾ ਬਹਾਰ ਜੰਗਲ ਨੇ ਜਿਹੜੇ ਉਹ ਹੁੰਦੇ ਨੇ। ਤੇ ਉਸ ਤੋਂ ਥੋੜਾ ਅੱਗੇ ਉੱਪਰ ਧਰੂਵਾ ਵੱਲ ਨੂੰ ਥੋੜਾ ਸ਼ਿਫਟ ਹੋਈਏ ਤਾਂ ਊਸ਼ਣ ਕਟੀਬੰਦੀ, ਜਿਨ੍ਹਾਂ ਦੇ ਵਿੱਚ 3 ਮਹੀਨੇ ਜਿਹੜੀ ਹੈ ਸਰਦੀ ਦੀ ਮੌਸਮ ਆਉਂਦੀ ਹੈ ਤੇ ਸਰਦੀ ਦੇ ਮੌਸਮ ਦੇ ਵਿੱਚ ਜਿਹੜੇ ਨੇ ਪੱਤੇ ਝੜਦੇ ਨੇ। ਤਾਂ ਇਸ ਤਰ੍ਹਾਂ ਦੀ ਜਿਹੜੀ ਬਨਸਪਤੀ ਹੁੰਦੀ ਹੈ। ਤੇ ਜਿਵੇਂ ਜਿਵੇਂ ਅਸੀਂ ਠੰਡੇ ਖੇਤਰਾਂ ਦੇ ਵਿੱਚ ਜਾਂਦੇ ਹਾਂ, ਬਨਸਪਤੀ ਹੈ ਜਿਹੜੀ ਉਹਦੇ ਵਿੱਚ ਜਿਹੜੀ ਬਨਸਪਤੀ ਦੀ ਕਿਸਮ ਦੇ ਵਿੱਚ ਹਰਾ ਭਰਾਪਣ ਵੀ ਘਟਦਾ ਤੇ ਉਹਦੀ ਸਥਿਤੀ ਹੈ ਜਿਹੜੀ ਉਹ ਇਸ ਤਰ੍ਹਾਂ ਦੀ ਬਣ ਜਾਂਦੀ ਹੈ ਕਿ ਜਿੱਥੇ ਛੋਟੇ ਆਕਾਰ ਦੇ ਦਰਖਤ, ਜਿਵੇਂ ਟੈਗਾ ਜੰਗਲ ਹੋ ਗਏ ਜਿਹੜੇ ਜਿੱਥੇ ਬਰਫ਼ ਜ਼ਿਆਦਾ ਪੈਂਦੀ ਹੈ, 5 ਡਿਗਰੀ ਤਾਪਮਾਨ ਦੇ ਨੇੜੇ ਤੇੜੇ ਦੇ ਇਲਾਕਿਆਂ ਦੇ ਵਿੱਚ ਜਿਹੜੇ ਹੈ ਟੈਗਾ, ਬੌਨੇ ਪ੍ਰਕਾਰ ਦੇ ਜਿਹੜੇ ਪੇੜ ਪੌਦੇ ਹੁੰਦੇ ਨੇ, ਜਾਂ ਝਾੜੀਆਂ ਜਾਂ ਘਾਹ ਦੇ ਮੈਦਾਨ ਹੀ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ ਜਿੱਥੇ ਠੰਡਾ ਇਲਾਕਾ ਹੁੰਦਾ। ਜਾਂ ਕੁਝ ਇਲਾਕੇ ਐਸੇ ਨੇ ਜਿੱਥੇ ਠੰਡ ਬਹੁਤ ਜ਼ਿਆਦਾ ਪੈਂਦੀ ਹੈ, ਉੱਥੇ ਬਨਸਪਤੀ ਦੀ ਕੁਦਰਤੀ ਬਨਸਪਤੀ ਦੀ ਅਣਹੋਂਦ ਵੀ ਹੁੰਦੀ ਹੈ। ਤਾਂ ਇਸ ਤਰ੍ਹਾਂ ਦੇ। ਤੇ ਇਸੇ ਤਰ੍ਹਾਂ ਖਣਿਜ ਪਦਾਰਥ, ਕੁਝ ਖੇਤਰਫਲ ਐਸੇ ਨੇ ਜਿੱਥੇ ਖਣਿਜ ਪਦਾਰਥ ਨਿਕਲਦੇ ਨੇ। ਖਣਿਜ ਪਦਾਰਥਾਂ ਦੇ ਆਧਾਰਿਤ ਜਿਹੜਾ ਹੈ ਉੱਥੋਂ ਦੇ ਲੋਕਾਂ ਦਾ ਜੀਵਨ ਪੱਧਰ ਹੈ ਜਿਹੜਾ ਉਹ ਹੁੰਦਾ। ਉਸ ਤੋਂ ਅਗਲਾ ਜਿਹੜਾ ਭੂਗੋਲਿਕ ਵਾਤਾਵਰਨ ਆ ਉਹਦੇ ਵਿੱਚ ਆਪਾਂ ਉਸ ਦੀ ਅਗਲੀ ਕਿਸਮ ਦੇ ਵਿੱਚ ਆਪਾਂ ਸੱਭਿਆਚਾਰ ਨਾਲ ਸੰਬੰਧਿਤ ਜਿਹੜੀਆਂ ਕਿਸਮਾਂ ਦਾ ਜ਼ਿਕਰ ਕਰਦੇ ਹਾਂ, ਜਿਨ੍ਹਾਂ ਦੇ ਵਿੱਚ ਨਸਲਾਂ ਜਿਹੜੀਆਂ ਨੇ ਇਹਦੇ ਵਿੱਚ ਜਿਹੜਾ ਹੈ ਇਹ ਵਸੋਂ ਦੇ ਵਿੱਚ ਆਪਾਂ ਪੜਾਂਗੇ। ਜਿਵੇਂ ਆਪਾਂ ਮੁੱਖ ਰੂਪ ਦੇ ਵਿੱਚ ਨਸਲਾਂ ਦੀ ਜੇ ਜਾਣਕਾਰੀ ਪ੍ਰਾਪਤ ਕਰੀਏ ਤਾਂ ਅਫਰੀਕਾ ਦੇ ਲੋਕ ਨੇ ਜਿਹੜੇ ਉਹ ਕਾਲੇ ਨੇ, ਉਹਨਾਂ ਦੀ ਜਿਹੜੀ ਨਸਲ ਉਹ ਅਲੱਗ ਆ। ਇਸੇ ਤਰ੍ਹਾਂ ਜਿਹੜੇ ਯੂਰਪ ਦੇ ਲੋਕ ਨੇ ਉਹ ਗੋਰੇ ਨੇ, ਗੋਰਿਆਂ ਤੇ ਕਾਲਿਆਂ ਦੀ ਨਸਲ ਦੋਨਾਂ ਦੇ ਵਿੱਚ ਜਿਹੜਾ ਹੈ ਆਪਾਂ ਫਰਕ ਦੇਖ ਕੇ ਆਪਾਂ ਨਸਲ ਕੀ ਹੈ ਉਹਦੇ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ। ਇਸੇ ਤਰ੍ਹਾਂ
ਭਾਸ਼ਾ ਦੇ ਵਿੱਚ ਵੱਖ-ਵੱਖ ਖੇਤਰਾਂ ਦੇ ਵਿੱਚ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ, ਤਾਂ ਇਹਨਾਂ ਭਾਸ਼ਾਵਾਂ ਦੀ ਮਦਦ ਦੇ ਨਾਲ ਜਿਹੜਾ ਹੈ ਆਪਾਂ ਦੇਖ ਸਕਦੇ ਹਾਂ ਕਿ ਉੱਥੇ ਲੋਕਾਂ ਦੀ ਜਿਹੜਾ ਜੀਵਨ ਪੱਧਰ ਆ ਉਹ ਕਿਸ ਤਰ੍ਹਾਂ ਦਾ ਹੋਊਗਾ। ਤੇ ਭਾਸ਼ਾ ਇਸੇ ਤਰ੍ਹਾਂ ਧਰਮ ਵੀ ਸੱਭਿਆਚਾਰ ਦਾ ਇੱਕ ਬਹੁਤ ਅਨਿੱਖੜਵਾਂ ਹਿੱਸਾ ਹੈ। ਤਕਨੀਕ, ਉੱਥੋਂ ਦੇ ਲੋਕ ਕਿਸ ਤਰ੍ਹਾਂ ਦੀ ਤਕਨੀਕ ਦੀ ਵਰਤੋਂ ਕਰਦੇ ਨੇ। ਤਕਨੀਕ ਦੇ ਵਿੱਚ ਇਕੱਲਾ ਇਹ ਨਹੀਂ ਆਉਂਦਾ ਕਿ ਉਹ ਵਰਤੋਂ, ਇਹਦੇ ਵਿੱਚ ਉਹਨਾਂ ਦਾ ਜਿਹੜਾ ਰਹਿਣ ਸਹਿਣ ਦੇ ਆਧਾਰ ਤੋਂ ਉਹਨਾਂ ਦਾ ਪੜ੍ਹਾਈ ਲਿਖਾਈ, ਉਹਨਾਂ ਦੀ ਸਾਖਰਤਾ, ਇਹ ਸਾਰੀਆਂ ਗੱਲਾਂ ਦਾ ਜ਼ਿਕਰ ਵੀ ਆਉਂਦਾ। ਸਮਾਜਿਕ ਸੰਗਠਨ, ਉੱਥੇ ਕਿਸ ਤਰ੍ਹਾਂ ਦੇ ਸੰਗਠਨ ਨੇ, ਕਿਸ ਤਰ੍ਹਾਂ ਦੇ ਲੋਕ ਨੇ ਜਿਹੜੇ ਇਕੱਠੇ ਹੋ ਕੇ ਕੰਮ ਕਰਦੇ ਨੇ। ਵਿੱਤੀ ਸੰਸਥਾਵਾਂ ਦੇ ਵਿੱਚ ਜਿਵੇਂ ਬੈਂਕ ਹੋ ਗਏ ਆਪਣੇ, ਹੋਰ ਜਿਹੜੀਆਂ ਕਾਰੋਬਾਰੀ ਸੰਸਥਾਵਾਂ, ਬੀਮਾ ਕੰਪਨੀਆਂ, ਹੋਰ ਇਹੋ ਜਿਹੀਆਂ ਕੰਪਨੀਆਂ ਦਾ ਜਿਹੜਾ ਗਿਆਨ ਆ ਉਹ ਵੀ ਮਾਨਵ ਭੂਗੋਲ ਦੇ ਖੇਤਰ ਦੇ ਵਿੱਚ ਆਉਂਦਾ, ਜਿਹੜਾ ਭੌਤਿਕ ਵਾਤਾਵਰਨ ਦੇ ਹਿੱਸੇ ਆਉਂਦਾ। ਸਿਆਸੀ ਪ੍ਰਬੰਧ, ਕਿਹੋ ਜਿਹੀਆਂ ਸਰਕਾਰਾਂ ਨੇ, ਕਿਹੋ ਜਿਹੀਆਂ ਰਾਜਨੀਤਿਕ ਪਾਰਟੀਆਂ ਨੇ, ਇਹਨਾਂ ਬਾਰੇ। ਤੇ ਕਲਾਕਾਰੀ ਦੇ ਵਿੱਚ ਉੱਥੇ ਦੇ ਲੋਕ ਕਿਸ ਤਰ੍ਹਾਂ ਦੀ ਕਲਾਕਾਰੀ ਕਰਦੇ ਨੇ, ਉਹਨਾਂ ਦੇ ਵਿੱਚ ਪੇਂਟਿੰਗ ਕਿਸ ਤਰ੍ਹਾਂ ਦੀਆਂ ਬਣਾਉਂਦੇ ਨੇ, ਕਿਸ ਤਰ੍ਹਾਂ ਦੇ ਗੀਤ ਲਿਖਦੇ ਨੇ, ਕਿਸ ਤਰ੍ਹਾਂ ਦੀਆਂ ਕਥਾਵਾਂ, ਲੋਕ ਕਲਾਵਾਂ, ਇਹ ਸਾਰਾ ਕਲਾਕਾਰੀ ਦੇ ਜਿਹੜੇ ਟਾਈਟਲ ਦੇ ਹੇਠ ਆਉਂਦਾ। ਤਾਂ ਇਹ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਦੋਨੋਂ ਤਰ੍ਹਾਂ ਦੇ ਵਾਤਾਵਰਨ, ਨਿਵਾਸੀਆਂ ਦਾ ਭੌਤਿਕ ਵਾਤਾਵਰਨ ਤੇ ਸੱਭਿਆਚਾਰ ਨੂੰ ਮਿਲਾ ਕੇ ਜਿਹੜਾ ਹੈ ਮੁਕੰਮਲ ਭੂਗੋਲਿਕ ਵਾਤਾਵਰਨ ਜਿਹੜਾ ਹੈ ਉਹ ਬਣਦਾ। ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਭੂਗੋਲਿਕ ਵਾਤਾਵਰਨ ਦੇ ਵਿੱਚ ਇਹ ਸਾਰੇ ਜਿਹੜੇ ਨੇ ਟੌਪਿਕ ਨੇ, ਇਹ ਸਾਰੇ ਜਿਹੜੇ ਗੱਲਾਂ ਦਾ ਆਪਾਂ ਧਿਆਨ ਰੱਖਦੇ ਕਿ ਇਹਨਾਂ ਸਾਰਿਆਂ ਦਾ ਸੁਮੇਲ ਆ ਜਿਹੜਾ ਉਹ ਭੂਗੋਲਿਕ ਵਾਤਾਵਰਨ ਹੈ। ਤਾਂ ਵਿਦਿਆਰਥੀਓ, ਅੱਜ ਦੀ ਕਲਾਸ ਦੇ ਵਿੱਚ ਇੰਨਾ ਹੀ ਕਾਫੀ ਹੈ। ਤੇ ਇਸ ਤੋਂ ਬਾਅਦ ਆਪਾਂ ਕੱਲ੍ਹ ਇਸ ਤੋਂ ਅਗਲਾ ਜਿਹੜਾ ਟੌਪਿਕ ਹੈ ਉਹਦੇ ਬਾਰੇ ਪੜ੍ਹਾਂਗੇ। ਮਾਨਵ ਭੂਗੋਲ ਦੀਆਂ ਸ਼ਾਖਾਵਾਂ ਕੀ ਨੇ, ਉਹਨਾਂ ਬਾਰੇ ਆਪਾਂ ਪੜ੍ਹਾਂਗੇ। ਤਾਂ ਉਮੀਦ ਆ ਤੁਸੀਂ ਇਸ ਨੂੰ ਪਸੰਦ ਕਰੋਗੇ ਤੇ ਆਪਣਾ ਜੋ ਵੀ ਤੁਹਾਡੇ ਸਵਾਲ ਹੋਣਗੇ ਉਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਰੋ। ਤੇ ਅਗਲੀ ਵੀਡੀਓ ਤੋਂ ਪਹਿਲਾਂ ਜਿਹੜੇ ਤੁਹਾਡੇ ਕਮੈਂਟਸ ਨੇ ਉਹਨਾਂ ਨੂੰ ਮੈਂ ਪੜ੍ਹ ਕੇ ਜਿਹੜਾ ਹੈ ਉਹ ਉਹਨਾਂ ਦੇ ਜਵਾਬ ਦੇ ਸਕਾਂ। ਤੇ ਜਿਹੜੀ ਚੀਜ਼ ਨਹੀਂ ਸਮਝ ਆਉਂਦੀ ਸਪਸ਼ਟ ਰੂਪ ਦੇ ਵਿੱਚ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਉਹ ਅਗਲੀ ਵੀਡੀਓ ਤੋਂ ਪਹਿਲਾਂ ਜਿਹੜਾ ਹੈ ਉਹ ਸਮਝ ਸਕਦੇ ਹੋ। ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵੀਡੀਓ ਨੂੰ ਦੇਖੋ, ਸਮਝੋ ਤੇ ਆਪਣੀ ਪੜ੍ਹਾਈ ਆ ਜਿਹੜੀ ਉਹ ਜਾਰੀ ਰੱਖੋ। ਧੰਨਵਾਦ ਜੀ।